A very warm welcome to all my students. I am Shikha Arora, lecturer in English at Government Senior Secondary Smart School, Sekha. Our today's topic is tense. First of all, before going into the depth of any topic, we must be knowing what the topic is. तो जेड़ा आज अपना topic है tense show ਕੀ ਕਰਦਾ ਹੈ? Tense ਆਪਾਂ ਨੂੰ show ਕਰਦਾ ਹੈ ਕਿ ਕੰਮ ਕਦੋਂ ਹੋਇਆ। ਕਿਸ ਤਰ੍ਹਾਂ show ਕਰਦਾ ਹੈ? Form of verb ਦੇ ਨਾਲ। Now you can see here clearly the definition of tense is any of the forms of a verb. Verb ਦੀ ਕੋਈ ਵੀ form which show the time at which an action happened. ਜਿਹੜਾ ਕਿ ਤੁਹਾਨੂੰ ਕਿਸੇ ਕੰਮ ਦੇ ਹੋਣ ਦੇ ਸਮੇਂ ਦੇ ਬਾਰੇ ਦੱਸਦਾ ਹੈ ਉਹਨੂੰ ਅਸੀਂ tense ਕਹਿੰਦੇ ਹਾਂ। ਕੰਮ ਕਦੋਂ ਹੋਇਆ ਇਹ ਸਾਨੂੰ tense ਦੇ ਨਾਲ ਪਤਾ ਲੱਗਦਾ ਹੈ। ਕਿਸ ਤਰ੍ਹਾਂ ਜਿਸ ਤਰ੍ਹਾਂ ਮੈਂ ਕਹਾਂ कि I ate an apple. Ate मतलब verb ਦੀ ਉਹ form ਹੈ ਇਹ second form ਹੈ ਜਿਹੜੀ ਕਿ ਇਹ ਦਿਖਾ ਰਹੀ ਹੈ ਕਿ ਕੰਮ ਹੋ ਚੁੱਕਾ ਹੈ। I ate an apple ਤੇ ਜੇ ਮੈਂ ਕਹਾਂ I shall be eating an apple ਮੈਂ apple ਖਾ ਰਹੀ ਹੋਵਾਂਗੀ ਇਹਦੇ ਨਾਲ ਵੀ ਪਤਾ ਲੱਗਦਾ ਕਿ ਜਿਹੜਾ ਮੇਰਾ ਐਕਸ਼ਨ ਹੋਏਗਾ ਉਹ ਹਜੇ ਫਿਊਚਰ ਦੇ ਵਿੱਚ ਜਾ ਕੇ ਹੋਏਗਾ। तो this is tense. Tense ਤੁਹਾਨੂੰ ਹਮੇਸ਼ਾ ਦੱਸੇਗਾ ਕਿ ਕੰਮ ਦੇ ਹੋਣ ਦਾ ਸਮਾਂ ਕੀ ਹੈ। Any form of verb which show the time at which an action happened. Here as you can see we are having a chart related to tense ਜਿਹਦੇ ਵਿੱਚ tense ਦੀਆਂ ਸਾਰੀਆਂ forms ਦਿਖਾਈਆਂ ਗਈਆਂ। ਸਭ ਤੋਂ ਪਹਿਲਾਂ ਇੱਥੇ ਜਿਹੜੀ ਸਮਝਣ ਦੀ ਗੱਲ ਹੈ ਉਹ ਇਹ ਹੈ ਕਿ tense ਜਿਹੜਾ ਆਪਾਂ major 3 parts ਦੇ ਵਿੱਚ divide ਕਰਨਾ that is present, past and future. ਠੀਕ ਹੈ ਤਾਂ ਕਿਹੜੇ parts ਹੋ ਗਏ ਆਪਣੇ ਕੋਲੇ present, past, then future. ਇਹ ਜਿਹੜੇ parts ਹੈ ਅੱਗੋਂ 4 ਹਿੱਸਿਆਂ ਦੇ ਵਿੱਚ ਵੰਡੇ ਹੋਏ ਨੇ ਉਹ ਕਿਹੜੇ ਨੇ simple form ਜਾਂ ਜਿਹਨੂੰ ਅਸੀਂ indefinite ਕਹਿੰਦੇ ਹਾਂ progressive form, continuous, perfect और perfect progressive या perfect continuous। ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲ 12 parts ਬਣ ਜਾਂਦੇ ਆ tense ਦੇ। ਮੇਜਰ ਗੱਲ ਜਿਹੜੀ ਪਹਿਲਾਂ ਸਮਝਣ ਵਾਲੀ ਹੈ ਉਹ ਇਹ ਹੈ ਕਿ ਆਪਾਂ present, past और future ਲੈ ਕੇ ਚੱਲਣਾ ਹੈ ਯਾਨੀ present ਜਿਹੜਾ ਕਿ ਸਮਾਂ ਚੱਲ ਰਿਹਾ ਹੈ ਅਗਰ action ਜਿਹੜਾ ਉਹ present ਦੇ ਵਿੱਚ ਹੁੰਦਾ ਹੈ ਹੁਣ ਹੋ ਰਿਹਾ ਹੈ ਠੀਕ ਹੈ ਫਿਰ ਇੱਕ past ਜਿਹੜਾ ਕਿ ਹੋ ਚੁੱਕਾ ਹੈ ਔਰ future ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਹ ਤੁਹਾਨੂੰ ਇੰਨੀ ਚੀਜ਼ ਕਲੀਅਰ ਹੋਏਗੀ। ਜਿਹੜਾ present indefinite tense ਆਪਾਂ ਲੈ ਕੇ ਚੱਲੀਏ ਤਾਂ ਇਸ ਦੀ ਨਿਸ਼ਾਨੀ ਕੀ ਹੁੰਦੀ ਹੈ ਕਿ ਇਸ ਦੇ ਵਿੱਚ first form ਲੱਗੀ ਹੁੰਦੀ ਹੈ verb ਦੀ ਔਰ ਅਗਰ ਜਿਹੜਾ ਤੁਹਾਡਾ subject ਹੈ ਉਹ singular ਹੋਵੇ plural ਨਾ ਹੋਵੇ ਤਾਂ verb ਦੀ first form ਦੇ ਨਾਲ s ਜਾਂ es ਲੱਗਦੀ ਹੈ ਔਰ ਜਿਹੜਾ past indefinite ਹੈ ਉਹਦੇ ਵਿੱਚ second form ਲੱਗੇਗੀ verb ਦੀ ਤੇ future ਦੇ ਵਿੱਚ will ਜਾਂ shall ਦੇ ਨਾਲ verb ਦੀ first form ਲੱਗੇਗੀ। will ਲੱਗੇਗਾ normal subjects ਦੇ ਨਾਲ ਸਾਰੇ ਨਾਲ ਔਰ mostly ਆਪਾਂ ਕੀ ਲੈ ਕੇ ਚੱਲਦੇ ਹਾਂ ਕਿ I ਤੇ we ਦੇ ਨਾਲ shall ਲੱਗਦਾ ਹੈ। ਹੁਣ ਇਸ ਦੀ ਡਿਟੇਲ ਤੁਹਾਨੂੰ ਮੈਂ ਅੱਗੇ ਐਗਜ਼ਾਮਪਲਸ ਦੇ ਨਾਲ ਕਰਾਉਂਗੀ ਬਟ ਇੱਥੇ ਮੈਂ ਤੁਹਾਨੂੰ ਥੋੜੇ ਜਿਹੇ ਆਪਣੇ ਕੋਲੋਂ ਬੋਲ ਕੇ ਤੁਹਾਨੂੰ ਐਗਜ਼ਾਮਪਲਸ ਦੇ ਰਹੀ ਹਾਂ ਕਿ ਜਿਸ ਤਰ੍ਹਾਂ I eat an apple. I subject ਹੋ ਗਿਆ eat verb ਦੀ first form ਹੋ ਗਈ ਅੱਛਾ I singular ਹੈ ਬਟ ਇਹਦੇ ਨਾਲ s ਜਾਂ es ਨਹੀਂ ਲੱਗਦਾ exceptions are always there ਠੀਕ ਹੈ keep this in mind ਤਾਂ ਇਹ ਹੋ ਗਿਆ I eat an apple then ਜੇ past ਦੀ ਗੱਲ ਕਰੀਏ past indefinite ਦੀ I ate an apple ਤਾਂ ਉੱਥੇ ਆਪਾਂ second form ਲਗਾਤੀ then future I shall eat an apple ਤਾਂ ਉਹ ਆਪਣੇ ਕੋਲ future indefinite ਹੋ ਗਿਆ ਠੀਕ ਹੈ ਨੈਕਸਟ ਜਿਹੜੀ ਚੀਜ਼ ਆ ਗਈ ਆਪਣੇ ਕੋਲੇ ਪ੍ਰੋਗਰੈਸਿਵ ਫਾਰਮ ਜਾਂ ਕੰਟੀਨਿਊਅਸ ਫਾਰਮ ਯਾਨੀ ਕਿ ਜਿਹੜੀ ਚੀਜ਼ ਕੰਟੀਨਿਊਟੀ ਦੇ ਵਿੱਚ ਹੈ ਸਿੰਪਲ ਇੱਥੇ ਕਹਿਣ ਦਾ ਮਤਲਬ ਸੀ ਜਿਹੜੀ ਕਿ ਨਾਰਮਲ ਹੈਬਿਚੁਅਲ ਜਿਹੜੀ ਕਿ ਚੱਲਦੀ ਹੈ ਉਸ ਤਰ੍ਹਾਂ ਹੀ ਕਿ ਜਿਵੇਂ ਮੈਂ ਸਕੂਲ ਜਾਂਦਾ ਹਾਂ I go to school ਜਾਂ ਰਾਮ goes to school ਠੀਕ ਹੈ ਰਾਮ went to school ਤੇ ਇਹ ਹੈਬਿਚੁਅਲ ਫਾਰਮਸ ਨੇ ਜਿਹੜੀਆਂ ਕਿ ਨਾਰਮਲੀ ਚੱਲਦੀਆਂ ਰਹਿੰਦੀਆਂ ਨੇ ਪ੍ਰੋਗਰੈਸਿਵ ਦੇ ਵਿੱਚ ਆਪਾਂ ਲੈਣੇ ਜਿਹੜੀ ਪ੍ਰੈਜ਼ੈਂਟਲੀ ਜਾਂ ਪਾਸਟ ਦੇ ਵਿੱਚ ਜਿਹੜਾ ਆਪਾਂ ਦੱਸੇ ਵੀ ਕੰਮ ਕੰਟੀਨਿਊਟੀ ਦੇ ਵਿੱਚ ਹੈ
ਪ੍ਰੋਗਰੈਸ ਦੇ ਵਿੱਚ ਹੈ ਤਾਂ ਕਰਕੇ ਇਹਨੂੰ ਪ੍ਰੋਗਰੈਸਿਵ ਜਾਂ ਕੰਟੀਨਿਊਅਸ ਕਹਿੰਦੇ ਆ। ਹੁਣ ਪ੍ਰੈਜ਼ੈਂਟ ਦੇ ਵਿੱਚ I ਲੱਗਿਆ ਹੋਏਗਾ ਤਾਂ ਉਹਦੇ ਨਾਲ am ਲੱਗਦਾ ਹੈ, ਸਿੰਗੂਲਰ ਸਬਜੈਕਟ ਹੋਏਗਾ ਤਾਂ ਉਹਦੇ ਨਾਲ is ਲੱਗਦਾ ਹੈ, ਪਲੂਰਲ ਸਬਜੈਕਟ ਹੋਏਗਾ ਤਾਂ ਉਹਦੇ ਨਾਲ are ਲੱਗਦਾ ਹੈ, ਨਾਲ verb ਦੀ ਫਰਸਟ ਫਾਰਮ ਤੇ ing ਹੀ ਲੱਗਣੀ ਹੈ। ਸਾਰੇ ਦੇ ਸਾਰੇ ਪ੍ਰੋਗਰੈਸਿਵ ਜਾਂ ਕੰਟੀਨਿਊਅਸ ਟੈਂਸ ਦੇ ਵਿੱਚ ਹਮੇਸ਼ਾ verb ਦੀ ਫਰਸਟ ਫਾਰਮ ਤੇ ing ਹੀ ਲੱਗਣਾ ਹੈ, ਚਾਹੇ ਉਹ ਤੁਹਾਡਾ ਪ੍ਰੈਜ਼ੈਂਟ ਹੋਵੇ, ਚਾਹੇ ਉਹ ਤੁਹਾਡਾ ਪਾਸਟ ਪ੍ਰੋਗਰੈਸਿਵ ਜਾਂ ਪਾਸਟ ਕੰਟੀਨਿਊਅਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੋਵੇ, ਚਾਹੇ ਉਹ ਤੁਹਾਡਾ ਫਿਊਚਰ ਪ੍ਰੋਗਰੈਸਿਵ ਜਾਂ ਫਿਊਚਰ ਕੰਟੀਨਿਊਅਸ ਹੋਵੇ। ਤਾਂ ਫਿਰ ਫਰਕ ਕਿੱਥੇ ਪੈਂਦਾ ਹੈ, ਕਿੱਥੋਂ ਪਤਾ ਲੱਗਦਾ ਹੈ ਕਿ ਇਹ ਪ੍ਰੈਜ਼ੈਂਟ ਹੈ, ਪਾਸਟ ਹੈ ਜਾਂ ਫਿਊਚਰ ਹੈ? ਉਹ ਪਤਾ ਲੱਗਦਾ ਹੈ ਤੁਹਾਡੇ ਹੈਲਪਿੰਗ ਵਰਬ ਤੋਂ, am, is, are, was, were ਤੇ will be ਜਾਂ shall be। ਠੀਕ ਹੈ, ਇੱਥੋਂ ਤੱਕ ਤੁਹਾਡੇ ਜਿਹੜੇ ਦੋ ਪਾਰਟ ਕਲੀਅਰ ਹੋ ਗਏ। ਠੀਕ, ਕਿਹੜੇ ਕਿਹੜੇ? ਤੁਹਾਡੇ indefinite ਔਰ ਪ੍ਰੋਗਰੈਸਿਵ ਜਾਂ ਕੰਟੀਨਿਊਅਸ ਜਿਹੜਾ ਪਾਰਟ ਹੈ ਉਹ ਤੁਹਾਡਾ ਕਲੀਅਰ ਹੋ ਗਿਆ। ਨੈਕਸਟ ਆਪਾਂ ਹੁਣ ਚੱਲ ਰਹੇ ਹਾਂ ਪਰਫੈਕਟ ਫਾਰਮ ਤੇ। ਪਰਫੈਕਟ ਫਾਰਮ ਦੇ ਵਿੱਚ ਕੀ ਹੈ? ਪਰਫੈਕਟ ਫਾਰਮ ਦੇ ਵਿੱਚ ਵੀ ਅਗੇਨ ਚਾਹੇ ਉਹ ਪ੍ਰੈਜ਼ੈਂਟ ਹੋਵੇ, ਪਾਸਟ ਹੋਵੇ, ਫਿਊਚਰ ਹੋਵੇ, ਤਿੰਨਾਂ ਦੇ ਵਿੱਚ ਤੁਹਾਡਾ ਕੀ ਲੱਗਣਾ ਹੈ? ਥਰਡ ਫਾਰਮ ਆਫ ਵਰਬ। ਕੀ ਲੱਗ ਰਿਹਾ ਹੈ? ਥਰਡ ਫਾਰਮ ਆਫ ਵਰਬ। ਦੇਖੋ, this is third form, present ਵਿੱਚ ਵੀ, past ਵਿੱਚ ਵੀ third form ਔਰ future ਵਿੱਚ ਵੀ ਤੁਹਾਡੀ third form। again difference ਕਿੱਥੇ ਹੈ? helping verb ਦੇ ਵਿੱਚ have ਜਾਂ has, singular ਤਾਂ has ਤੇ plural ਤਾਂ have, but past ਦੇ ਵਿੱਚ ਹਮੇਸ਼ਾ had ਔਰ future ਦੇ ਵਿੱਚ will have ਜਾਂ shall have। ਠੀਕ ਹੈ, ਇਹ ਤੁਹਾਡੀ ਹੋ ਗਈ perfect form। ਹੁਣ perfect progressive ਜਾਂ ਫਿਰ ਜਿਹਨੂੰ ਅਸੀਂ ਕਹਿ ਰਹੇ ਹਾਂ perfect continuous, ਉਹ ਤੁਹਾਡਾ ਮਿਕਸਚਰ ਆ ਜਾਣਾ ਹੈ ਦੋ ਚੀਜ਼ਾਂ ਦਾ, ਜਿਹੜਾ ਕਿ ਉਹਦੇ ਨਾਮ ਦੇ ਵਿੱਚ ਹੀ ਤੁਹਾਨੂੰ ਦੱਸ ਰਿਹਾ ਹੈ ਕਿਹੜੀਆਂ ਦੋ ਚੀਜ਼ਾਂ ਨੇ ਉਹ। progressive ਤੇ perfect forms ਦਾ ਮਿਕਸਚਰ ਅਸੀਂ ਬਣਾ ਦੇਣਾ ਹੈ। ਕਿਵੇਂ ਬਣਾਵਾਂਗੇ ਮਿਕਸਚਰ? ਅਸੀਂ ਜਿਹੜਾ progressive ਹੈ, progressive ਦਾ ਅਸੀਂ ਲੈ ਲੈਣਾ ਹੈ ਪਾਰਟ ing ਵਾਲਾ, progressive ਦਾ ਅਸੀਂ ਪਾਰਟ ਲਵਾਂਗੇ ing ਵਾਲਾ। ਦੇਖੋ, first form and ing, ਇਹ ਤੁਹਾਡੀ ਨਿਸ਼ਾਨੀ ਹੋਗੀ progressive ਵਾਲੀ, ਔਰ ਇਹ ਤਿੰਨਾਂ ਦੇ ਤਿੰਨਾਂ ਪਾਰਟਸ ਦੇ ਵਿੱਚ present, past, future ਇਹ ਉਸ ਤਰ੍ਹਾਂ ਹੀ ਲੱਗਣਾ ਹੈ। ਕੀ ਲੱਗਣਾ ਹੈ? first form and ing। progressive ਨੂੰ ਅਸੀਂ as such ਲੈ ਲਿਆ, first form and ing। ਠੀਕ ਹੈ, ਤਾਂ ਫਰਕ ਕਿੱਥੇ ਆ ਰਿਹਾ ਹੈ? perfect ਕਿਵੇਂ ਬਣਿਆ? perfect ਦੀ ਜਿਹੜੀ ਅਸੀਂ ਨਿਸ਼ਾਨੀ ਲੈ ਲਈ, ਉਹ ਕਿਹੜੀ ਨਿਸ਼ਾਨੀ ਲਈ ਅਸੀਂ ਲਈ has ਜਾਂ have। ਨਾਲ ਅਸੀਂ ਦੋ ਚੀਜ਼ਾਂ ਕਿਉਂਕਿ ਨਹੀਂ ਜੁੜ ਸਕਦੀਆਂ, has have ਨਾਲ ਅਸੀਂ ਕਿਹਾ ਸੀਗਾ ਥਰਡ ਫਾਰਮ ਲੱਗਦੀ ਹੈ, ਇੱਥੇ has ਤੇ have ਲਗਾ ਕੇ ਅਸੀਂ ਕੀ ਲਗਾ ਰਹੇ ਹਾਂ? ਅਸੀਂ ਲਗਾ ਰਹੇ ਹਾਂ verb ਦੀ ਫਰਸਟ ਫਾਰਮ ਤੇ ing। ਕਿਵੇਂ ਕਨੈਕਟ ਹੋਊਗੀ? ਇਹ ਕਨੈਕਟ ਹੋਊਗੀ ਫਿਰ ਸਾਡੇ ਕੋਲੇ been ਲਗਾ ਕੇ। ਕਿਵੇਂ ਕਨੈਕਟ ਹੋ ਰਹੀ ਹੈ? been ਲਗਾ ਕੇ। ਤਾਂ ਆਪਣੇ ਕੋਲੇ ਕੀ ਚੀਜ਼ਾਂ ਆ ਗਈਆਂ? ਜਦੋਂ ਆਪਣੇ ਕੋਲੇ present ਆ ਗਿਆ, ਆਪਾਂ ਲਗਾ ਲਿਆ has been, have been। ਠੀਕ ਹੈ, has been, have been ਤੇ ਫਿਰ ਆਪਾਂ ਲਗਾ ਲਿਆ had been ਤੇ ਫਿਰ ਆਪਾਂ ਲਗਾ ਲਿਆ will have been doing। ਉਹਦੇ ਨਾਲ verb ਦੀ first form ਲੱਗ ਜਾਂਦੀ ਹੈ। ਇਹਨੂੰ ਆਪਾਂ examples ਦੇ ਨਾਲ clear ਕਰਦੇ ਹਾਂ। ਦੇਖੋ, ਹੁਣ ਤੁਹਾਡੀਆਂ ਇੱਥੇ examples ਬਿਲਕੁਲ clear ਨੇ। ਆਪਾਂ ਪਹਿਲਾਂ ਗੱਲ ਕਰਾਂਗੇ simple ਯਾਨੀ ਕਿ indefinite tense ਦੀ। ਚਲਦੇ ਹਾਂ present ਤੇ। I study English। ਇੱਥੇ ਦੇਖੋ verb ਦੀ first form ਲੱਗੀ ਹੈ, this is present indefinite। verb ਦੀ second form ਲਗਾ ਕੇ ਅਸੀਂ ਉਹਨੂੰ past indefinite ਬਣਾਤਾ, I studied English yesterday। ਤੇ verb ਦੀ first form will ਜਾਂ shall ਦੇ ਨਾਲ ਲਗਾ ਕੇ ਅਸੀਂ ਉਹਨੂੰ future indefinite ਬਣਾਤਾ। ਤਾਂ ਤੁਹਾਡਾ indefinite tense ਕੁਝ ਵੀ ਨਹੀਂ ਹੈ। ਕੀ ਹੈਗਾ ਉਹਦੇ ਵਿੱਚ? verb ਦੀ first form ਜਾਂ second form ਜਾਂ will ਜਾਂ shall ਦੇ ਨਾਲ verb ਦੀ first form। This covers the indefinite part of your tense। then ਆ ਗਿਆ ਤੁਹਾਡਾ continuous। continuous ਦੇ ਵਿੱਚ again ਮੈਂ ਤੁਹਾਨੂੰ ਦੱਸਿਆ ਸੀ verb ਦੀ first form ਤੇ ing ਲੱਗਣਾ ਹੈ। ਤਿੰਨਾਂ parts ਦੇ ਵਿੱਚ verb ਦੀ first form ing ਲੱਗਣਾ ਹੈ। ਫਰਕ ਕਿੱਥੇ ਪੈਣਾ ਹੈ? I ਸੀਗਾ ਇੱਥੇ, I ਦੇ ਨਾਲ am ਲਗਾਤਾ present ਤੇ past ਦੇ ਵਿੱਚ was ਲਗਾਤਾ ਔਰ future ਦੇ ਵਿੱਚ will be ਜਾਂ shall be ਲਗਾਤਾ। So this covers your continuous part। Then we are having perfect। perfect ਦੇ ਵਿੱਚ ਕੀ ਕਰਨਾ ਹੈ? has, have, had ਜਾਂ will have, shall have ਲਗਾ ਕੇ ਅਸੀਂ verb ਦੀ third form ਲਗਾ ਦੇਣੀ ਹੈ।
ਤਾਂ ਇਹ ਸਾਡਾ ਬਣ ਗਿਆ perfect tense. I have studied English, I had studied English, I will have ਜਾਂ shall have studied English. Then the last but not the least part of the tense, that is perfect continuous ਜਾਂ perfect progressive. ਹੁਣ ਇਹਨਾਂ ਦੇ ਵਿੱਚ ਅਸੀਂ ਕੀ ਲਗਾ ਦਿਆਂਗੇ has been, have been, had been, will have been, shall have been plus verb the first form plus ing. I have been studying English, I had been studying English and I will have been studying English. ਤਾਂ ਇਹ ਆਪਣੇ examples ਦੇ ਨਾਲ ਆਪਾਂ cover ਕਰ ਲਿਆ। I hope ਕਿ ਇਹ ਜਿਹੜਾ important topic ਹੈ tense which is considered as backbone of English ਤੁਹਾਨੂੰ ਇਹ ਸਮਝ ਆ ਗਈ ਹੋਏਗੀ। backbone ਕਿਉਂ ਕਹਿ ਰਹੀ ਹਾਂ ਕਿਉਂਕਿ ਜਿਸ ਤਰ੍ਹਾਂ ਅਸੀਂ backbone ਤੋਂ ਬਗੈਰ move ਨਹੀਂ ਕਰ ਸਕਦੇ ਉਸੇ ਤਰ੍ਹਾਂ English backbone ਆਪਣੀ ਯਾਨੀ ਕਿ tense ਤੋਂ ਬਗੈਰ move ਨਹੀਂ ਕਰ ਸਕਦੀ। ਸੋ ਇਸ ਨੂੰ sincerely ਕਰੋ, ਧਿਆਨ ਨਾਲ ਸੁਣੋ, ਕੁਝ ਨਹੀਂ ਸਮਝ ਆ ਰਹੀ ਦੁਬਾਰਾ ਇਸ ਵੀਡੀਓ ਨੂੰ ਤੁਸੀਂ repeat ਕਰੋ ਔਰ ਬਿਲਕੁਲ ਇੱਕ ਜਿਹੜਾ ਇਹਦਾ ਫੰਡਾਮੈਂਟਲ ਹੈਗਾ ਉਹਨੂੰ ਦਿਮਾਗ ਦੇ ਵਿੱਚ ਬਿਠਾ ਲਓ, ਪ੍ਰੈਕਟਿਸ ਕਰੋ, ਵਰਕ ਹਾਰਡ। ਸਿਰਫ ਹਾਰਡ ਵਰਕ ਹੀ ਹੈ ਨਾ ਜਿਹੜਾ ਉਹ ਸਕਸੈਸ ਦੀ ਕੀ ਹੈ। ਕੋਈ ਵੀ ਚੈੱਕ ਨਹੀਂ ਹੁੰਦਾ, ਕੋਈ ਵੀ ਸ਼ਾਰਟ ਰਸਤੇ ਨਹੀਂ ਹੁੰਦੇ ਸਕਸੈਸ ਵਾਸਤੇ, ਇਸ ਕਰਕੇ ਹਮੇਸ਼ਾ ਹਾਰਡ ਵਰਕ ਵਿੱਚ ਬਿਲੀਵ ਕਰੋ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ ਐਂਡ ਹੈਵ ਅ ਗੁੱਡ ਲਰਨਿੰਗ ਐਕਸਪੀਰੀਅੰਸ। ਥੈਂਕ ਯੂ।